ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਮੈਂ ਕੁਲਦੀਪ ਕੁਮਾਰ SS ਮਾਸਟਰ ਪੰਡੋਰੀ ਨਿਜਰਾ ਤੁਹਾਡਾ ਸਵਾਗਤ ਕਰਦਾ ਹਾਂ ਇਸ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਮੈਂ 9ਵੀਂ ਜਮਾਤ ਇਤਿਹਾਸ ਦਾ ਇੱਕ ਅਧਿਆਏ ਇੱਕ ਚੈਪਟਰ ਮੈਂ ਲੈ ਕੇ ਆਇਆ ਹਾਂ, ਜਿਹਦਾ ਨਾਮ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਸਿੱਖ ਧਰਮ ਵਿੱਚ ਉਹਨਾਂ ਦਾ ਕੀ ਯੋਗਦਾਨ। ਸੋ ਪਿਆਰੇ ਵਿਦਿਆਰਥੀਓ, ਜੇਕਰ ਮੈਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ, ਕਿਉਂਕਿ ਸਿੱਖ ਧਰਮ ਦੇ ਵਿੱਚ ਜਿਹੜੀ ਸ਼ਹੀਦਾਂ ਦੀ ਪਰੰਪਰਾ ਹੈ, ਸ਼ਹੀਦੀ ਦੀ ਪਰੰਪਰਾ ਹੈ, ਉਹ ਗੁਰੂ ਅਰਜਨ ਦੇਵ ਜੀ ਤੋਂ ਹੀ ਸਟਾਰਟ ਹੁੰਦੀ ਹੈ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹ ਲਗਾਤਾਰ ਫਿਰ ਸ਼ਹੀਦੀਆਂ ਦੀ ਜਿਹੜੀ ਪਰੰਪਰਾ ਹੈ ਉਹ ਸ਼ੁਰੂ ਹੋ ਜਾਂਦੀ ਹੈ। ਅਤੇ ਜਿੱਥੋਂ ਤੱਕ ਉਹਨਾਂ ਦੇ ਯੋਗਦਾਨ ਦਾ ਸਵਾਲ ਹੈ, ਉਹਨਾਂ ਦਾ ਯੋਗਦਾਨ ਬਹੁਤ ਹੀ ਵਡਮੁੱਲਾ ਹੈ ਔਰ ਉਹ ਇਕੱਲਾ ਸਿੱਖ ਧਰਮ ਦੇ ਵਿੱਚ ਨਹੀਂ ਹੈ, ਉਹ ਪੂਰੇ ਵਿਸ਼ਵ ਲਈ ਹੈਗਾ ਆ। ਜੇਕਰ ਹੁਣ ਮੈਂ ਗੱਲ ਕਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ, ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਆ ਉਹ ਪੂਰੇ ਵਿਸ਼ਵ ਲਈ ਹੈ। ਉਹ ਵਿਸ਼ਵ ਲਈ ਇੱਕ ਭਰਾਤਰੀ ਭਾਵ, ਇੱਕ ਮੁਹੱਬਤ ਦਾ, ਇੱਕ ਜੀਵਨ ਜਾਂਚ ਦਾ ਸੁਨੇਹਾ ਹੈ, ਜਿਸ ਨੂੰ ਅਸੀਂ ਲਈਏ ਤਾਂ ਅਸੀਂ ਆਪਣੀ ਜ਼ਿੰਦਗੀ, ਆਪਣਾ ਸਮਾਜ ਵਧੀਆ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਸ ਸਮੇਂ ਦੇ ਸਮਾਜਿਕ ਹਾਲਾਤ ਕਿੱਦਾਂ ਦੇ ਆ, 15ਵੀਂ ਤੋਂ 16ਵੀਂ ਔਰ 17ਵੀਂ ਸਦੀ ਦੇ ਵਿੱਚ ਸਮਾਜਿਕ ਹਾਲਾਤ ਕਿਵੇਂ ਦੇ ਆ, ਰਾਜਨੀਤਿਕ ਹਾਲਾਤ ਕਿਵੇਂ ਦੇ ਆ, ਸੱਭਿਆਚਾਰਕ ਪੱਖ ਉਹਦਾ ਕਿਸ ਤਰ੍ਹਾਂ ਦਾ ਸਮਾਜ ਦਾ। ਠੀਕ ਹੈ ਜੀ। ਇਸ ਤੋਂ ਇਲਾਵਾ ਆਰਥਿਕਤਾ ਕਿਵੇਂ ਦੀ ਹੈ, ਸਾਰਾ ਕੁਝ ਜਿਹੜਾ ਹੈ ਉਹ ਸਮਾਜ ਕਿਵੇਂ ਦਾ ਹੈ, ਸਾਨੂੰ ਜਾਣਕਾਰੀ ਉਪਲਬਧ ਹੁੰਦੀ ਹੈ। ਅਤੇ ਗੁਰੂ ਅਰਜਨ ਦੇਵ ਜੀ ਨੇ ਇਹ ਜਿਹੜਾ ਕੰਮ ਕੀਤਾ ਹੈ, ਆਦਿ ਗ੍ਰੰਥ ਦਾ ਜਿਹੜਾ ਸੰਕਲਨ ਕੀਤਾ ਹੈ ਉਹਨੇ, ਠੀਕ ਹੈ ਜੀ, ਇਹ ਉਹਦੀ ਸੰਪਾਦਨਾ ਕੀਤੀ ਹੈ। ਬਹੁਤ ਹੀ ਬਾਕਮਾਲ ਕੰਮ ਸੀਗਾ, ਜਿਹਨੂੰ ਹਮੇਸ਼ਾ ਦੁਨੀਆ ਯਾਦ ਰੱਖੇਗੀ। ਆਓ ਆਪਾਂ ਉਹਨਾਂ ਦੇ ਹੁਣ ਮੁੱਢਲੇ ਜੀਵਨ ਬਾਰੇ ਚਾਨਣਾ ਪਾਉਂਦੇ ਹਾਂ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਘਰ ਗੋਇੰਦਵਾਲ ਵਿਖੇ ਹੋਇਆ। ਉਹ ਗੁਰੂ ਜੀ ਦੇ ਤੀਸਰੇ ਅਤੇ ਸਭ ਤੋਂ ਛੋਟੇ ਪੁੱਤਰ ਸਨ। ਉਹ ਬਚਪਨ ਤੋਂ ਹੀ ਬੁੱਧੀਮਾਨ ਪ੍ਰਵਿਰਤੀ ਵਾਲੇ ਸਨ। ਉਹਨਾਂ ਨੇ ਬਾਬਾ ਬੁੱਢਾ ਜੀ ਤੋਂ ਗੁਰਮੁਖੀ ਦਾ ਗਿਆਨ ਪ੍ਰਾਪਤ ਕੀਤਾ ਅਤੇ ਫਾਰਸੀ, ਸੰਸਕ੍ਰਿਤ ਦੀ ਸਿੱਖਿਆ ਵੀ ਗ੍ਰਹਿਣ ਕੀਤੀ। 1579 ਈਸਵੀ ਵਿੱਚ ਆਪ ਜੀ ਦਾ ਵਿਆਹ ਮੀਓ ਪਿੰਡ, ਜਿਹੜਾ ਫਲੌਰ ਦੇ ਵਿੱਚ ਹੈ, ਜਿਹਨੂੰ ਹੁਣ ਮਾਓ ਸਾਹਿਬ ਕਹਿੰਦੇ ਹੈਗੇ ਆ, ਦੇ ਕ੍ਰਿਸ਼ਨ ਚੰਦ ਦੀ ਪੁੱਤਰੀ ਗੰਗਾ ਜੀ ਨਾਲ ਹੋਇਆ। 1595 ਈਸਵੀ ਵਿੱਚ ਆਪ ਜੀ ਦੇ ਘਰ ਪੁੱਤਰ ਨੇ ਜਨਮ ਲਿਆ, ਜੋ ਸਿੱਖਾਂ ਦੇ 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ। ਇਹ ਸੀ ਉਹਨਾਂ ਦਾ ਸੰਖੇਪ ਜਿਹਾ ਜੀਵਨ ਬਿਉਰਾ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਵਿੱਚ ਸਿੱਖ ਧਰਮ ਦਾ ਵਿਕਾਸ ਕਿਵੇਂ ਹੋਇਆ। ਉਹ ਕਿਹੜੇ ਕੰਮ ਕੀਤੇ ਆ ਜਿਹਦੇ ਨਾਲ ਜਿਹੜਾ ਸਿੱਖ ਧਰਮ ਸੀਗਾ ਉਹ ਬਹੁਤ ਪ੍ਰਫੁੱਲਤ ਹੋਇਆ ਵਰਲਡ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਹੈਗਾ ਗੁਰੂ ਰਾਮਦਾਸ ਜੀ ਦੇ ਕੰਮਾਂ ਨੂੰ ਸੰਪੂਰਨ ਕਰਨਾ। ਸੋ ਵਿਦਿਆਰਥੀਓ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦੀ ਨੀਂਹ ਰੱਖੀ ਹੈ, ਉਹਨੇ ਵਸਾਇਆ ਹੈ, ਅਤੇ ਉਹਦੇ ਵਿੱਚ ਉਹਨੇ ਇੱਕ ਜਿਹੜਾ ਸੀਗਾ ਇਹ ਅੰਮ੍ਰਿਤ ਸਰੋਵਰ ਵੀ ਬਣਾਇਆ। ਅਤੇ ਉਸ ਦੇ ਦੌਰਾਨ ਹੀ ਉਹਨਾਂ ਦੀ ਜਿਹੜੀ ਸੀ ਉਹ ਜੋਤੀ ਜੋਤ ਸਮਾ ਗਏ ਸੀਗੇ, ਅਤੇ ਸਾਰੀ ਬਾਗਡੋਰ ਸੀਗੀ ਉਹ ਗੁਰੂ ਅਰਜਨ ਦੇਵ ਜੀ ਦੇ ਹੱਥ ਆ ਗਈ ਸੀਗੀ। ਅਤੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦਾ ਜਿਹੜਾ ਕਾਰਜ ਸੀਗਾ, ਉਹਨਾਂ ਦਾ ਜਿਹੜਾ ਅਧੂਰਾ ਕਾਰਜ ਸੀਗਾ, ਉਹਨੂੰ ਪੂਰਾ ਕਰਵਾਇਆ। ਉਹਨਾਂ ਨੇ ਆਪਣੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਅੰਮ੍ਰਿਤ ਸਰੋਵਰ ਬਣਾਇਆ ਔਰ ਅੰਮ੍ਰਿਤ ਸਰੋਵਰ ਦੇ ਵਿੱਚ ਉਹਨੇ ਹਰਿਮੰਦਰ ਸਾਹਿਬ ਦੀ ਜਿਹੜੀ ਉਸਾਰੀ ਆ ਉਹ ਕਰਵਾਈ ਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਸੀਗੇ ਜਿਹੜੇ ਉਹਨਾਂ ਨੇ ਕੀਤੇ ਆ। ਨੰਬਰ 2, ਹਰਿਮੰਦਰ ਸਾਹਿਬ ਦੀ ਉਸਾਰੀ। ਉਹਨਾਂ ਦਾ ਬਹੁਤ ਹੀ ਜਿਹਨੂੰ ਸਿੱਖ ਧਰਮ ਦਾ ਮੱਕਾ ਕਿਹਾ ਜਾਂਦਾ ਹੈ, ਬਹੁਤ ਹੀ ਵੱਡਾ ਇੰਪੋਰਟੈਂਟ ਜਿਹੜਾ ਇਹ ਰੋਲ ਸੀਗਾ। ਅਤੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸਰੋਵਰ ਜਿਹਨੂੰ ਕਿਹਨੇ ਬਣਾਇਆ ਸੀ, ਗੁਰੂ ਰਾਮਦਾਸ ਜੀ ਨੇ ਜਿਹੜੀ ਨੀਂਹ ਰੱਖੀ ਸੀਗੀ, ਉਹ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਕਿਹਨੇ ਬਣਾਇਆ, ਗੁਰੂ ਅਰਜਨ ਦੇਵ ਜੀ ਨੇ ਬਣਾਇਆ, ਜਿਹਦੀ ਨੀਂਹ ਉਹਨਾਂ ਨੇ ਕਿੱਥੋਂ ਰਖਾਈ ਆ, ਸੂਫੀ ਸੰਤ ਜਿਹੜੇ ਮੁਸਲਿਮ ਸੀਗੇ, ਸੂਫੀ ਸੰਤ ਮੀਆਂ ਮੀਰ ਤੋਂ 13 ਜਨਵਰੀ 1588 ਨੂੰ ਉਹਨਾਂ ਨੇ ਇਹਦੀ ਨੀਂਹ ਰਖਾਈ ਆ। ਅਤੇ ਇਹ ਅੱਜ ਜਿਹੜਾ ਇਹਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ, ਅੱਜ ਜਿਹੜਾ ਇਹ ਸਿੱਖਾਂ ਦਾ ਮੱਕਾ ਹੈਗਾ ਜੀ। ਠੀਕ ਹੈ ਜੀ, ਹਰਿਮੰਦਰ ਸਾਹਿਬ। ਤਾਂ ਇਹ ਵੀ ਯਾਦ ਰੱਖਣਾ ਹੈ, ਇਹ ਅਲੱਗ-ਅਲੱਗ ਚੀਜ਼ਾਂ ਨੇ ਬੱਚੋ, ਆਪਾਂ ਅਕਸਰ ਕਨਫਿਊਜ਼ ਹੋ ਜਾਂਦੇ ਹਾਂ। ਅੰਮ੍ਰਿਤ ਸਰੋਵਰ ਜਿਹੜਾ ਸੀਗਾ ਗੁਰੂ ਰਾਮਦਾਸ ਜੀ ਨੇ ਉਹਦੀ ਨੀਂਹ ਰੱਖੀ ਹੈਗੀ ਆ, ਔਰ ਉਸ ਸਰੋਵਰ ਨੂੰ ਮੁਕੰਮਲ ਕਿਹਨੇ ਕਰਾਇਆ, ਗੁਰੂ ਅਰਜਨ ਦੇਵ ਜੀ ਨੇ। ਅਤੇ ਉਸ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਦੀ ਨੀਂਹ ਉਹ ਕਿਹਨੇ ਰੱਖੀ ਆ, ਕਿਹਨੇ ਬਣਾਇਆ, ਗੁਰੂ ਅਰਜਨ ਦੇਵ ਜੀ ਨੇ ਬਣਾਇਆ, ਜਿਹਦੀ ਨੀਂਹ ਸੂਫੀ ਸੰਤ ਮੀਆਂ ਮੀਰ ਜੀ ਨੇ ਰੱਖੀ ਹੈ। ਤੀਜਾ ਪੁਆਇੰਟ ਹੈ ਸ਼ਹਿਰ ਦੀ ਸਥਾਪਨਾ। ਉਹਨਾਂ ਨੇ 3 ਸ਼ਹਿਰ ਵਸਾਏ ਨੇ। ਸਭ ਤੋਂ ਪਹਿਲਾਂ ਉਹਨਾਂ ਨੇ
ਤਰਨ ਤਾਰਨ ਵਸਾਇਆ 1590 ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਕਰਤਾਰਪੁਰ ਜਿਹੜਾ ਬਿਆਸ ਤੇ ਸਤਲੁਜ ਦਰਿਆ ਦੋਵਾਂ ਦੇ ਵਿਚਕਾਰ ਪੈ ਜਾਂਦਾ ਅੰਮ੍ਰਿਤਸਰ ਰੋਡ ਤੇ, ਉਹ ਵੀ ਉਹਨਾਂ ਨੇ ਬੱਚਿਓ ਵਸਾਇਆ ਇਹ 1593 ਵਿੱਚ। ਉਸ ਤੋਂ ਬਾਅਦ ਜਦੋਂ 1595 ਦੇ ਵਿੱਚ ਉਹਨਾਂ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਜਾਂਦੀ ਹੈ, ਪੁੱਤਰ ਹੁੰਦੇ ਨੇ ਹਰਗੋਬਿੰਦ ਜੀ, ਤੇ ਉਹਨਾਂ ਦੀ ਯਾਦ ਦੇ ਵਿੱਚ ਉਹ ਹਰਗੋਬਿੰਦਪੁਰ ਜਿਹੜਾ ਆ ਨਗਰ ਉਹ ਵਸਾਉਂਦੇ ਨੇ। ਠੀਕ ਹੈ ਜੀ, ਇਸ ਤਰ੍ਹਾਂ 3 ਨਗਰ ਜਿਹੜੇ ਨੇ ਗੁਰੂ ਅਰਜਨ ਦੇਵ ਜੀ ਨੇ ਵਸਾਏ ਨੇ। ਲਾਹੌਰ ਵਿਖੇ ਬੌਲੀ ਦਾ ਨਿਰਮਾਣ, ਇਹ ਵੀ ਯਾਦ ਰੱਖਣਾ ਹੈ ਕਿ ਲਾਹੌਰ ਵਿਖੇ ਡੱਬੀ ਬਾਜ਼ਾਰ ਵਿੱਚ ਬੌਲੀ ਦਾ ਨਿਰਮਾਣ ਜਿਹੜਾ ਸੀਗਾ ਉਹ ਵੀ ਗੁਰੂ ਅਰਜਨ ਦੇਵ ਜੀ ਹੋਰਾਂ ਨੇ ਹੀ ਕਰਾਇਆ ਸੀ। ਉਸ ਤੋਂ ਬਾਅਦ ਹੈ ਮਸੰਦ ਪ੍ਰਥਾ ਦਾ ਸੰਗਠਨ ਅਤੇ ਵਿਕਾਸ। ਅਸੀਂ ਜਾਣਦੇ ਹਾਂ ਬੱਚਿਓ ਕਿ ਮਸੰਦ ਪ੍ਰਥਾ ਦੀ ਸਥਾਪਨਾ ਕਿਹਨੇ ਕੀਤੀ ਸੀ? ਗੁਰੂ ਰਾਮਦਾਸ ਜੀ ਨੇ। ਰਾਮਦਾਸ ਜੀ ਨੇ ਮਸੰਦ ਪ੍ਰਥਾ ਚਲਾਈ ਸੀ, ਉਸ ਨੂੰ ਕੰਟੀਨਿਊ ਕੀਤਾ ਗੁਰੂ ਅਰਜਨ ਦੇਵ ਜੀ ਉਹਨਾਂ ਨੇ। ਅਤੇ ਮਸੰਦ ਤੋਂ ਸਾਨੂੰ ਪਤਾ ਹੀ ਹੈਗਾ ਆ ਕਿ ਮਸਨਦ, ਠੀਕ ਹੈ ਜੀ, ਜਾਣੀ ਕਿ ਉੱਚੀ ਜਗ੍ਹਾ ਬੈਠਣ ਵਾਲਾ। ਠੀਕ ਹੈ ਜੀ, ਜਿਹੜੇ ਗੁਰੂ ਦੇ ਸਿੱਖ ਸੀਗੇ ਉਹ ਉੱਚੀ ਜਗ੍ਹਾ ਬੈਠ ਕੇ ਸੰਗਤਾਂ ਨੂੰ ਜਿੱਥੇ ਉਹ ਪ੍ਰਚਾਰ ਕਰਦੇ ਸੀਗੇ ਉੱਥੋਂ ਭੇਟਾਂ ਇਕੱਠੀ ਕਰਕੇ ਗੁਰੂ ਘਰਾਂ ਲਈ ਲੈ ਕੇ ਆਉਂਦੇ ਸੀਗੇ। ਅਤੇ ਉਸ ਨੂੰ ਵੀ ਜਿਹੜਾ ਸੀਗਾ ਗੁਰੂ ਅਰਜਨ ਦੇਵ ਜੀ ਨੇ ਸੰਗਠਨਬੱਧ ਕੀਤਾ ਹੈ, ਉਸ ਦਾ ਵਿਕਾਸ ਕੀਤਾ ਹੈ। ਠੀਕ ਹੈ ਜੀ, ਅਤੇ ਅਗਲਾ ਪੁਆਇੰਟ ਹੈਗਾ ਆ ਆਦਿ ਗ੍ਰੰਥ ਦਾ ਸੰਕਲਨ। ਇਹ ਉਹਨਾਂ ਦਾ ਬਹੁਤ ਹੀ ਵੱਡਾ ਕੰਮ ਸੀ। ਠੀਕ ਹੈ ਜੀ, ਕਿਉਂਕਿ ਜਿਹੜੀ ਗੁਰੂਆਂ ਦੀ ਬਾਣੀ ਸੀਗੀ ਉਹ ਅਲੱਗ-ਅਲੱਗ ਥਾਵਾਂ 'ਤੇ ਪਈ ਹੋਈ ਸੀ। ਜਿਹੜੇ ਕਹਿ ਲਓ ਵੀ ਚਲਾਕ ਲੋਕ ਸੀਗੇ, ਚਾਹੇ ਉਹ ਅਲੱਗ-ਅਲੱਗ ਧਰਮਾਂ ਦੇ ਸੀਗੇ, ਉਹਨਾਂ ਨਾਲ ਬਾਣੀ ਨਾਲ ਛੇੜਖਾਨੀ ਕਰਨ ਲੱਗ ਪਏ ਸੀਗੇ, ਉਹ ਆਪਣਾ ਨਾਮ ਦੇਣ ਲੱਗ ਪਏ ਸੀਗੇ ਬਾਣੀ ਨੂੰ। ਇਸ ਤਰ੍ਹਾਂ ਉਹ ਰਲੇਵਾਂ ਹੋਣ ਲੱਗ ਪਿਆ ਸੀ ਬਾਣੀ ਦੇ ਵਿੱਚ। ਅਤੇ ਗੁਰੂ ਅਰਜਨ ਦੇਵ ਜੀ ਨੇ ਇਹ ਰਲੇਵਾਂ ਰੋਕਣ ਦੇ ਲਈ ਔਰ ਸਾਰੀ ਹੀ ਬਾਣੀ ਨੂੰ ਜਿਹੜੀ ਕਿ ਗੁਰਮਤ ਸਿਧਾਂਤ ਨਾਲ ਮੇਲ ਖਾਂਦੀ ਹੈ, ਚਾਹੇ ਉਹ ਪੰਜਾਬ ਦੇ ਸੰਤ ਸੀਗੇ, ਚਾਹੇ ਉਹ ਮਹਾਰਾਸ਼ਟਰ ਦੇ ਸੰਤ ਸੀਗੇ, ਚਾਹੇ ਉਹ ਯੂਪੀ ਦੇ ਸੰਤ ਸੀਗੇ, ਉਹਨੇ ਸਾਰੇ ਹੀ ਭਾਰਤ ਦੇ ਵਿੱਚੋਂ ਜਿਹੜੇ ਗੁਰਮਤ ਸਿਧਾਂਤ 'ਤੇ ਜਿਨ੍ਹਾਂ ਨੇ ਲਿਖਿਆ ਉਹਨਾਂ ਦੀ ਬਾਣੀ ਨੂੰ ਇਕੱਤਰ ਕਰਕੇ ਇੱਕ ਗ੍ਰੰਥ ਬਣਾਇਆ, ਜਿਹਦਾ ਨਾਮ ਉਹਨੇ ਰੱਖਿਆ ਆਦਿ ਗ੍ਰੰਥ, ਜਾਂ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈਗੇ ਆ। ਉਹਦੇ ਵਿੱਚ 36 ਗੁਰੂਆਂ ਦੀ ਬਾਣੀ ਇਸ ਵਿੱਚ ਦਰਜ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਸਮਾਜਿਕ ਸੁਧਾਰ, ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੇ ਸਮਾਜਿਕ ਸੁਧਾਰ ਕੀਤੇ ਆ। ਠੀਕ ਹੈ ਜੀ, ਉਹਨੀ ਜਿਹੜਾ ਸਰੀਰਕ ਤੌਰ 'ਤੇ ਉਹ ਕਹਿੰਦੇ ਵੀ ਤਕੜੇ ਹੋਵੋ। ਉਹਨਾਂ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਉਸ ਕੁਰੀਤੀਆਂ ਸੀਗੀਆਂ, ਬਾਲ ਵਿਵਾਹ ਸੀਗਾ, ਸਤੀ ਪ੍ਰਥਾ ਸੀ, ਉਹਨਾਂ ਦੇ ਵਿਰੁੱਧ ਉਹਨਾਂ ਨੇ ਆਵਾਜ਼ ਉਠਾਈ ਹੈ। ਸਿੱਖ ਧਰਮ ਦਾ ਪ੍ਰਚਾਰ, ਉਹਨਾਂ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ਹੈ। ਉਹਨਾਂ ਦੀ ਜਦੋਂ ਉਹਨਾਂ ਦੇ ਦੌਰ ਦੇ ਵਿੱਚ, ਉਹਨਾਂ ਦੇ ਟਾਈਮ ਪੀਰੀਅਡ ਦੇ ਵਿੱਚ ਸਿੱਖ ਧਰਮ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਅਤੇ ਸੰਗਤਾਂ ਦੇ ਵਿੱਚ ਦੁੱਗਣਾ ਅਤੇ ਚੌਗੁਣਾ ਵਾਧਾ ਜਿਹੜਾ ਹੋਇਆ ਹੈ। ਠੀਕ ਹੈ ਜੀ, ਇਹ ਸੀਗਾ ਗੁਰੂ ਅਰਜਨ ਦੇਵ ਜੀ ਦਾ ਯੋਗਦਾਨ ਸਿੱਖ ਧਰਮ ਦੇ ਵਿੱਚ। ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ। ਉਸ ਤੋਂ ਬਾਅਦ ਕੀ ਹੈ? ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ। ਗੁਰੂ ਅਰਜਨ ਦੇਵ ਜੀ ਨੂੰ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਅਤੇ ਹਿੰਦੂ ਅਤੇ ਮੁਸਲਿਮ ਕੱਟੜਪੰਥੀਆਂ ਦਾ ਜ਼ੋਰਦਾਰ ਵਿਰੋਧ ਸਹਿਣਾ ਪਿਆ। ਮੁਗਲ ਸਮਰਾਟ ਜਹਾਂਗੀਰ ਗੁਰੂ ਜੀ ਦੀ ਵੱਧਦੀ ਹੋਈ ਪ੍ਰਸਿੱਧੀ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਜਹਾਂਗੀਰ ਦੇ ਪੁੱਤਰ ਖੁਸਰੋ ਦਾ ਗੁਰੂ ਜੀ ਨੂੰ ਮਿਲਣ ਅਤੇ ਗੁਰੂ ਜੀ ਦੀ ਸਹਾਇਤਾ ਕਰਨ ਦੇ ਅਪਰਾਧ ਵਿੱਚ 2 ਲੱਖ ਰੁਪਏ ਜੁਰਮਾਨਾ ਕਰ ਦਿੱਤਾ ਗਿਆ। ਗੁਰੂ ਜੀ ਨੇ ਇਹ ਜੁਰਮਾਨਾ ਲੋਕਾਂ ਦੀ ਇਮਾਨ ਦੱਸਦੇ ਹੋਏ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਗੁਰੂ ਜੀ ਨੂੰ ਤਸੀਹੇ ਦੇ ਕੇ 1606 ਈਸਵੀ ਵਿੱਚ ਸ਼ਹੀਦ ਕੀਤਾ ਗਿਆ। ਸੋ ਵਿਦਿਆਰਥੀਓ, ਇਹ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਆ ਉਹ 1606 ਨੂੰ ਹੋਈ ਆ। ਸ਼ਹੀਦੀ ਦੇ ਬਹੁਤ ਸਾਰੇ ਕਾਰਨ ਨੇ, ਅਸੀਂ ਅੱਗੇ ਜਾ ਕੇ ਪੜ੍ਹਦੇ ਹਾਂ, ਉਸ ਨੂੰ ਅੱਗੇ ਜਾ ਕੇ ਦੇਖਾਂਗੇ। ਪਰ ਜਿਹੜੀ ਸ਼ਹੀਦੀ ਹੋਈ ਆ ਉਹਦਾ ਜਿਹੜਾ ਫੌਰੀ ਕਾਰਨ ਕੀ ਬਣਿਆ ਸੀਗਾ ਕਿ ਜਿਹੜਾ ਜਹਾਂਗੀਰ ਦਾ ਪੁੱਤਰ ਸੀ ਖੁਸਰੋ, ਉਸਨੇ ਆਪਣੇ ਪਿਤਾ ਜੀ ਦੇ ਵਿਰੁੱਧ, ਯਾਨੀ ਕਿ ਜਹਾਂਗੀਰ ਦੇ ਵਿਰੁੱਧ ਰਾਜਗੱਦੀ ਲਈ ਵਿਦਰੋਹ ਕਰ ਦਿੱਤਾ ਸੀਗਾ। ਅਤੇ ਜਿਹੜਾ ਜਹਾਂਗੀਰ ਦੀਆਂ ਫੌਜਾਂ ਸੀਗੀਆਂ ਉਸ ਨੂੰ ਲੱਭਦੀਆਂ ਸੀਗੀਆਂ ਅਤੇ ਖੁਸਰੋ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਲਈ, ਉਹਨਾਂ ਤੋਂ ਆਸ਼ੀਰਵਾਦ ਲਿਆ। ਗੁਰੂ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਇਹ ਗੱਲ ਜਦੋਂ ਜਹਾਂਗੀਰ ਨੂੰ ਪਤਾ ਲੱਗੀ ਤਾਂ ਜਹਾਂਗੀਰ ਨੇ ਜਿਹੜਾ ਗੁਰੂ ਅਰਜਨ ਦੇਵ ਜੀ ਨੂੰ ਅਪਰਾਧੀ ਮੰਨਦੇ ਹੋਏ ਉਹਨਾਂ ਨੂੰ 2 ਲੱਖ ਰੁਪਈਆ ਜੁਰਮਾਨਾ ਲਾਇਆ ਸੀ। ਅਤੇ ਗੁਰੂ ਜੀ ਨੇ ਉਹਨਾਂ ਨੂੰ ਕਹਿਤਾ ਕਿ ਮੈਂ ਜਿਹੜਾ ਆ 2 ਲੱਖ ਰੁਪਈਆ ਨਹੀਂ ਦੇਣਾ, ਕਿਉਂਕਿ ਮੇਰੇ ਕੋਲ ਜਿਹੜੇ ਪੈਸੇ ਨੇ ਉਹ ਸੰਗਤ ਦੇ ਨੇ। ਇਸ ਤਰ੍ਹਾਂ ਉਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰੂ ਜੀ ਨੂੰ ਬਹੁਤ ਹੀ ਤਸੀਹੇ ਦੇ ਕੇ ਉਹਨਾਂ 'ਤੇ ਉਬਲਦਾ ਪਾਣੀ ਪਾਇਆ ਗਿਆ, ਉਹਨਾਂ 'ਤੇ ਉਬਲਦੀ ਰੇਤ ਪਾਈ ਗਈ, ਉਹਨਾਂ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ, ਜਿਸ ਤਰ੍ਹਾਂ ਅਸੀਂ ਤਸਵੀਰ ਦੇ ਵਿੱਚ ਵੇਖ ਰਹੇ ਹਾਂ। ਤਾਂ ਇਸ ਤਰ੍ਹਾਂ ਤਸੀਹੇ ਦੇ ਕੇ ਉਹਨਾਂ ਨੂੰ ਫਿਰ ਰਾਵੀ ਨਦੀ ਦੇ ਵਿੱਚ ਸੁੱਟ ਦਿੱਤਾ ਗਿਆ। ਇਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਔਰ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਨੇ। ਸ਼ਹੀਦਾਂ ਦੇ ਸਰਤਾਜ ਉਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਹੈ। ਸ਼ਹੀਦੀ ਦੇ ਕਾਰਨ ਕੀ ਹੋਏ ਨੇ, ਆਓ ਵੀ ਆਪਾਂ ਦੇਖਦੇ ਹਾਂ। ਬਹੁਤ ਸਾਰੇ ਕਾਰਨ ਸੀਗੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪਿੱਛੇ, ਬੈਕਗਰਾਉਂਡ ਭਰੀ ਪਈ ਸੀਗੀ।
ਸਭ ਤੋਂ ਪਹਿਲਾਂ ਸੀ ਸਿੱਖ ਪੰਥ ਦਾ ਵਿਸਥਾਰ। ਗੁਰੂ ਅਰਜਨ ਦੇਵ ਜੀ ਦੇ ਵੇਲੇ ਸਿੱਖ ਧਰਮ ਦਾ ਬਹੁਤ ਜ਼ਿਆਦਾ ਵਿਸਥਾਰ ਹੋਇਆ, ਕਿਉਂਕਿ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਹੈ, ਉਹਨਾਂ ਨੇ 3 ਸ਼ਹਿਰ ਵਸਾਏ ਨੇ। ਇਸ ਤੋਂ ਇਲਾਵਾ ਉਹਨਾਂ ਨੇ ਮਸੰਦ ਪ੍ਰਥਾ ਨੂੰ ਮਜ਼ਬੂਤ ਕੀਤਾ ਹੈ। ਉਹਨਾਂ ਦੇ ਸਮੇਂ ਵਿੱਚ ਜਿਹੜੀ ਸੰਗਤ ਸੀ ਉਹਦੇ ਵਿੱਚ ਦੁੱਗਣਾ ਵਾਧਾ ਹੋਇਆ, ਠੀਕ ਹੈ ਜੀ। ਇਸ ਤਰ੍ਹਾਂ ਸਿੱਖ ਧਰਮ ਦਾ ਔਰ ਦੂਜੀ ਵੱਡੀ ਗੱਲ ਸੀ, ਉਹਨਾਂ ਨੇ ਸਿੱਖ ਧਰਮ ਨੂੰ ਇੱਕ ਵੱਖਰਾ ਗ੍ਰੰਥ ਬਣਾ ਕੇ ਦਿੱਤਾ। ਇਸ ਕਰਕੇ ਜਿਹੜੇ ਵਿਰੋਧੀ ਸੀਗੇ ਉਹ ਇਸ ਗੱਲ ਨੂੰ ਸਹਿਣ ਨਹੀਂ ਸੀ ਕਰ ਸਕਦੇ, ਅਤੇ ਉਹਨਾਂ ਨੇ ਫਿਰ ਗੁਰੂ ਅਰਜਨ ਦੇਵ ਜੀ ਦੇ ਉਹ ਕੱਟੜ ਜਿਹੜੇ ਸੀਗੇ ਵਿਰੋਧੀ ਬਣ ਗਏ। ਪ੍ਰਿਥੀ ਚੰਦ ਦੀ ਦੁਸ਼ਮਣੀ। ਪ੍ਰਿਥੀ ਜਿਹੜਾ ਸੀਗਾ ਉਹ ਗੁਰੂ ਅਰਜਨ ਦੇਵ ਜੀ ਦਾ ਭਰਾ ਸੀਗਾ, ਅਤੇ ਉਹ ਗੁਰੂ ਗੱਦੀ ਦਾ ਆਪਣੇ ਆਪ ਨੂੰ ਦਾਅਵੇਦਾਰ ਮੰਨਦਾ ਸੀਗਾ। ਉਹ ਚਾਹੁੰਦਾ ਸੀਗਾ ਕਿ ਗੁਰੂ ਗੱਦੀ ਮੈਨੂੰ ਮਿਲੇ, ਪਰ ਕਿਉਂਕਿ ਉਹਦਾ ਜਿਹੜਾ ਸੁਭਾਅ ਸੀਗਾ, ਠੀਕ ਹੈ ਜੀ, ਉਹਦਾ ਜਿਹੜਾ ਵਿਅਕਤੀਤਵ ਸੀਗਾ ਉਹ ਗੱਦੀ ਦੇ ਲਾਇਕ ਨਹੀਂ ਸੀਗਾ। ਉਹ ਚਲਾਕ ਬੰਦਾ ਸੀਗਾ, ਠੀਕ ਹੈ ਜੀ। ਇਸ ਕਰਕੇ ਉਹਨੂੰ ਗੱਦੀ ਨਹੀਂ ਮਿਲੀ, ਅਤੇ ਉਹ ਜਿਹੜਾ ਸੀਗਾ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਹੋ ਗਿਆ। ਫਿਰ ਉਸਦੇ ਘਰ ਪੁੱਤਰ ਪੈਦਾ ਹੋਇਆ ਮਿਹਰਬਾਨ, ਠੀਕ ਹੈ ਜੀ। ਅਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਗੱਦੀ ਮਿਲੀ ਆ, ਅਤੇ ਉਸ ਸਮੇਂ ਉਹਨਾਂ ਦੇ ਔਲਾਦ ਨਹੀਂ ਸੀਗੀ, ਅਤੇ ਪ੍ਰਿਥਵੀ ਜਿਹੜਾ ਸੀਗਾ ਉਦੋਂ ਤੱਕ ਸ਼ਾਂਤ ਰਿਹਾ, ਕਿਉਂਕਿ ਉਹ ਸਮਝਦਾ ਸੀਗਾ ਕਿ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਜਿਹੜੀ ਗੱਦੀ ਆ ਉਹ ਮੇਰੇ ਪੁੱਤਰ ਨੂੰ ਮਿਲੂਗੀ। ਪਰ ਜਦੋਂ 1595 ਵਿੱਚ ਗੁਰੂ ਜੀ ਦੇ ਘਰ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ, ਅਤੇ ਉਦੋਂ ਫਿਰ ਹੋਰ ਜ਼ਿਆਦਾ ਜਿਹੜਾ ਉਹਨਾਂ ਦਾ ਦੁਸ਼ਮਣ ਬਣ ਗਿਆ। ਉਹਦੇ ਮਨ ਅੰਦਰ ਅੱਗ ਜਿਹੜੀ ਆ ਉਹਦੇ ਭਾਂਬੜ ਜਿਹੜੇ ਸੀਗੇ ਉਹ ਬਲਣੇ ਸ਼ੁਰੂ ਹੋ ਗਏ, ਅਤੇ ਉਹਨੇ ਜਿਹੜਾ ਸੀਗਾ ਖੁੱਲ੍ਹੇਆਮ ਜਿਹੜਾ ਸੀਗਾ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਨਕਸ਼ਬੰਦੀਆਂ ਦਾ ਵਿਰੋਧ। ਨਕਸ਼ਬੰਦੀ ਜਿਹੜੀ ਸੀਗੀ ਇੱਕ ਮੁਸਲਮਾਨ ਧਾਰਮਿਕ ਕੱਟੜ ਜਿਹੜੀ ਸੀਗੀ ਉਹ ਸੰਸਥਾ ਸੀਗੀ, ਜਿਹਦੀ ਜਿਹੜਾ ਸੰਗਠਨ ਆ ਉਹ ਸਰਹਿੰਦ ਦੇ ਵਿੱਚ ਹੁੰਦਾ ਸੀਗਾ, ਠੀਕ ਹੈ ਜੀ। ਸ਼ੇਖ ਅਹਿਮਦ ਸਰਹਿੰਦੀ ਉਦੋਂ ਉਹਨਾਂ ਦਾ ਲੀਡਰ ਸੀਗਾ, ਅਤੇ ਇਹ ਬਹੁਤ ਹੀ ਕੱਟੜ ਜਥੇਬੰਦੀ ਸੀਗੀ ਮੁਸਲਮਾਨਾਂ ਦੀ। ਅਤੇ ਉਹ ਜਿਹੜੇ ਆ ਉਹ ਹੋਰ ਕਿਸੇ ਧਰਮ ਨੂੰ ਜਿਹੜਾ ਸੀਗਾ ਪਨਪਦਿਆਂ, ਉਪਜਦਿਆਂ ਔਰ ਪ੍ਰਫੁੱਲਤ ਹੁੰਦਿਆਂ ਨਹੀਂ ਦੇਖਣਾ ਚਾਹੁੰਦੇ ਸੀਗੇ। ਇਸ ਕਰਕੇ ਉਹਨਾਂ ਨੇ ਸਿੱਖ ਧਰਮ ਦਾ ਵਿਰੋਧ ਕੀਤਾ, ਔਰ ਇਸ ਵਿਰੋਧ ਦਾ ਵੀ ਜਿਹੜਾ ਸੀ ਗੁਰੂ ਜੀ ਨੂੰ ਖਾਮਿਆਜਾ ਭੁਗਤਣਾ ਪਿਆ। ਜਹਾਂਗੀਰ ਦੇ ਕੰਨ ਭਰੇ ਉਹ ਨਹੀਂ, ਠੀਕ ਹੈ ਜੀ। ਅੱਗੇ ਹੈਗਾ ਕਿ ਚੰਦੂ ਸ਼ਾਹ ਦਾ ਵਿਰੋਧ। ਚੰਦੂ ਸ਼ਾਹ ਕੌਣ ਸੀਗਾ? ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀਗਾ, ਠੀਕ ਹੈ ਜੀ। ਇਹ ਵੀ ਗੁਰੂ ਜੀ ਦੇ ਵਿਰੁੱਧ ਸੀਗਾ। ਕੀ ਹੁੰਦਾ ਹੈ ਕਿ ਚੰਦੂ ਸ਼ਾਹ ਦੀ ਜਿਹੜੀ ਪੁੱਤਰੀ ਹੈਗੀ ਆ, ਉਹਦਾ ਵਿਆਹ ਜਿਹੜਾ ਸੀਗਾ ਉਹ ਹਰਗੋਬਿੰਦ ਸਾਹਿਬ ਜੀ ਨਾਲ ਕਰਨਾ ਚਾਹੁੰਦੇ ਆ। ਚੰਦੂ ਸ਼ਾਹ ਨਹੀਂ ਮੰਨਦਾ, ਪਰ ਉਹਦੀ ਪਤਨੀ, ਚੰਦੂ ਸ਼ਾਹ ਦੀ ਪਤਨੀ ਨੇ ਦਬਾਅ ਪਾ ਕੇ ਚੰਦੂ ਨੂੰ ਮਨਾ ਲਿਆ। ਅਤੇ ਚੰਦੂ ਜਦੋਂ ਆਪਣੀ ਪੁੱਤਰੀ ਦਾ ਰਿਸ਼ਤਾ ਗੁਰੂ ਅਰਜਨ ਦੇਵ ਜੀ ਦੇ ਕੋਲ, ਯਾਨੀ ਕਿ ਉਹਨਾਂ ਦੇ ਪੁੱਤਰ ਜੀ ਨੂੰ ਮਤਲਬ ਆਪਣਾ ਦਿਮਾਗ ਉਹ ਬਣਾਉਣਾ ਚਾਹੁੰਦਾ ਸੀਗਾ, ਜਦੋਂ ਲੈ ਕੇ ਗਿਆ ਰਿਸ਼ਤਾ, ਅਤੇ ਗੁਰੂ ਅਰਜਨ ਦੇਵ ਜੀ ਨੂੰ ਪਤਾ ਲੱਗ ਗਿਆ ਸੀਗਾ ਕਿ ਚੰਦੂ ਨੇ ਮੇਰੇ ਖਿਲਾਫ ਕੀ ਕੁਝ ਕਿਹਾ। ਉਹ ਕਹਿੰਦਾ ਸੀਗਾ ਕਿ ਜਿਹੜੀ ਛੱਪੜ ਦੀ ਇੱਟ ਹੈ ਚਬਾਰੇ ਨੂੰ ਨਹੀਂ ਲੱਗ ਸਕਦੀ। ਗੁਰੂ ਅਰਜਨ ਦੇਵ ਜੀ ਨੂੰ ਪਹਿਲਾਂ ਪਤਾ ਲੱਗ ਗਿਆ ਸੀਗਾ, ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਇਸ ਰਿਸ਼ਤੇ ਨੂੰ ਠੁਕਰਾ ਦਿੱਤਾ, ਨਾ ਕਰ ਦਿੱਤੀ। ਅਤੇ ਚੰਦੂ ਸ਼ਾਹ ਜਿਹੜਾ ਸੀਗਾ ਬਹੁਤ ਖਿੱਚ ਗਿਆ, ਉਹਨੂੰ ਗੁੱਸਾ ਆਇਆ, ਅਤੇ ਉਹਨੇ ਜਹਾਂਗੀਰ ਕੋਲ ਜਾ ਕੇ ਗੁਰੂ ਜੀ ਦੇ ਖਿਲਾਫ ਉਹਨੂੰ ਕੀ ਸੀ ਭੜਕਾਉਣਾ ਸ਼ੁਰੂ ਕਰ ਦਿੱਤਾ। ਇਹ ਵੀ ਇੱਕ ਕਾਰਨ ਬਣਿਆ ਗੁਰੂ ਜੀ ਦੀ ਸ਼ਹੀਦੀ ਦਾ। ਅਤੇ 5ਵਾਂ ਪੁਆਇੰਟ ਹੈਗਾ ਜੀ ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾ। ਜਿਹੜਾ ਜਹਾਂਗੀਰ ਸੀਗਾ ਉਹਨੇ ਇੱਕ ਕਿਤਾਬ ਲਿਖੀ ਹੈਗੀ ਆ ਤੁਝ ਕੇ ਜਹਾਂਗੀਰੀ। ਉਹਦੇ ਵਿੱਚ ਉਹ ਲਿਖਦਾ ਹੈਗਾ ਆ ਕਿ ਇੱਕ ਜਿਹੜਾ ਆ ਪੰਜਾਬ ਦੇ ਵਿੱਚ ਇੱਕ ਜਿਹੜਾ ਗੁਰੂ ਅਖਵਾਉਂਦਾ ਆਪਣੇ ਆਪ ਨੂੰ, ਗੁਰੂ ਅਰਜਨ ਦੇਵ, ਅੱਜ ਕੱਲ੍ਹ ਉਹਨੂੰ ਲੋਕ ਜਿਹੜਾ ਆ ਸੱਚਾ ਪਾਤਸ਼ਾਹ ਵੀ ਕਹਿੰਦੇ ਹੈਗੇ ਆ। ਅਤੇ ਉਹ ਕਹਿੰਦਾ ਵੀ ਮੇਰੀਆਂ ਅੱਖਾਂ ਦੇ ਵਿੱਚ ਉਹ ਰੜਕਦਾ ਰਹਿੰਦਾ ਬੰਦਾ। ਮਤਲਬ ਉਹ ਧਾਰਮਿਕ ਤੌਰ 'ਤੇ ਬਹੁਤ ਹੀ ਕੱਟੜ ਸੀਗਾ, ਔਰ ਉਹ ਆਪਣੇ ਹੁੰਦਿਆਂ ਹੋਰ ਕਿਸੇ ਧਰਮ ਨੂੰ ਪ੍ਰਫੁੱਲਤ ਹੁੰਦਿਆਂ ਉਹ ਨਹੀਂ ਦੇਖ ਨਹੀਂ ਸਕਦਾ ਸੀਗਾ, ਕਿਉਂਕਿ ਉਹਦੇ ਵਿੱਚ ਸਹਿਣਸ਼ੀਲਤਾ ਨਹੀਂ ਸੀ। ਕਿਉਂਕਿ ਜਿਹੜੇ ਗੁਰੂ ਅਰਜਨ ਦੇਵ ਜੀ ਸੀਗੇ, ਉਹਨਾਂ ਦੇ ਸਮੇਂ ਸਿੱਖ ਧਰਮ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਸੀਗਾ, ਅਤੇ ਜਹਾਂਗੀਰ ਇਹ ਨਹੀਂ ਚਾਹੁੰਦਾ ਸੀਗਾ ਕਿ ਮੁਸਲਮਾਨ ਧਰਮ ਤੋਂ ਇਲਾਵਾ ਵੀ ਹੋਰ ਕੋਈ ਧਰਮ ਜਿਹੜਾ ਹੈ ਉਹ ਬਣੇ ਜਾਂ ਪ੍ਰਫੁੱਲਤ ਹੋਵੇ। ਲੇਕਿਨ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਜਿਹੜੇ ਮੁਗਲ ਸਮਰਾਟ ਸੀ, ਚਾਹੇ ਉਹ ਅਕਬਰ ਸੀ, ਚਾਹੇ ਉਹ ਸ਼ਾਹਜਹਾਂ ਸੀਗਾ, ਚਾਹੇ ਅਕਬਰ ਜੀ ਸੀਗੇ, ਉਹਨਾਂ ਦੇ ਨਾਲ ਸਿੱਖ ਧਰਮ ਦੇ ਜਿਹੜੇ ਸੰਬੰਧ ਆ ਬਹੁਤ ਵਧੀਆ ਰਹੇ ਨੇ। ਅਕਬਰ ਦੇ ਨਾਲ ਗੁਰੂ ਅਮਰਦਾਸ ਜੀ ਦੇ, ਗੁਰੂ ਰਾਮਦਾਸ ਜੀ ਦੇ ਸੰਬੰਧ ਬਹੁਤ ਵਧੀਆ ਰਹੇ। ਲੇਕਿਨ ਜਦੋਂ ਜਹਾਂਗੀਰ ਆਉਂਦਾ ਅਤੇ ਉਹਨਾਂ ਦੀ ਜਿਹੜੀ ਆ ਸਹਿਣਸ਼ੀਲਤਾ ਔਰ ਧਾਰਮਿਕ ਕੱਟੜਤਾ ਦਾ ਜਿਹੜਾ ਸੀਗਾ ਉਹ ਸ਼ਿਕਾਰ ਹੋਣਾ ਪਿਆ ਸਿੱਖ ਧਰਮ ਨੂੰ। ਤਤਕਾਲੀ ਕਾਰਨ ਮੈਂ ਦੱਸ ਚੁੱਕਾ ਹਾਂ, ਦੱਸਣ ਦੀ ਲੋੜ ਨਹੀਂ। ਉਹੀ ਜਹਾਂਗੀਰ ਦਾ ਜਿਹੜਾ ਪੁੱਤਰ ਸੀ ਖੁਸਰੋ ਸੀਗਾ, ਉਹਨੇ ਬਗਾਵਤ ਕੀਤੀ ਹੋਈ ਸੀ, ਅਤੇ ਉਹ ਕਿਸ ਤਰ੍ਹਾਂ ਛਣ ਲੈਂਦਾ ਹੈ ਸਾਰਾ ਕੁਝ। ਇਹ ਜਿਹੜੇ ਬੱਚੇ ਉਹ ਕਾਰਨ ਨੇ, ਤੁਸੀਂ ਜਿਹੜੇ ਆ ਯਾਦ ਕਰਨੇ ਨੇ, ਔਰ ਮੈਨੂੰ ਉਮੀਦ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਉਸ ਤੋਂ ਬਾਅਦ ਸਾਡਾ ਆਖਰੀ ਸਵਾਲ ਹੈਗਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪ੍ਰਭਾਵ ਕੀ ਪਏ ਨੇ। ਹੁਣ ਉਹਨਾਂ ਦੀ ਸ਼ਹੀਦੀ ਹੋ ਗਈ ਆ, ਠੀਕ ਹੈ ਜੀ, ਉਸ ਦੇ ਪ੍ਰਭਾਵ ਕੀ ਪਏ ਨੇ, ਸਿੱਖ ਧਰਮ ਦੇ ਇਤਿਹਾਸ 'ਤੇ ਕੀ ਪ੍ਰਭਾਵ ਪਏ ਨੇ। ਪਹਿਲਾ ਸੀਗਾ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ। ਆਪਾਂ ਸਾਰੇ ਜਾਣਦੇ ਹਾਂ
ਕਿ 6ਵੇਂ ਪਾਤਸ਼ਾਹ ਹਰਗੋਬਿੰਦ ਜੀ ਨੇ ਇੱਕ ਨਵੀਂ ਨੀਤੀ ਤਿਆਰ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਹੁਣ ਤੁਹਾਨੂੰ ਲੋੜ ਦੇ ਮੁਤਾਬਕ ਫੌਜ ਰੱਖਣੀ ਜ਼ਰੂਰੀ ਆ, ਹੁਣ ਤੁਹਾਨੂੰ ਹਥਿਆਰਬੰਦ ਵਿਰੋਧ ਜਿਹੜਾ ਵਿਦਰੋਹ ਆ ਉਹ ਕਰਨਾ ਪੈਣਾ। ਇਸ ਕਰਕੇ ਗੁਰੂ ਹਰਗੋਬਿੰਦ ਜੀ ਨੇ ਕਹਿਣਾ ਮੰਨਦੇ ਹੋਏ ਨਵੀਂ ਨੀਤੀ ਅਪਣਾਈ ਆ। ਨਵੀਂ ਨੀਤੀ ਦੇ ਵਿੱਚ ਕੀ ਸੀ? ਮੀਰੀ ਤੇ ਪੀਰੀ। ਪੀਰ ਤੋਂ ਭਾਵ ਹੈ ਧਾਰਮਿਕ ਤੌਰ ਤੇ ਜਿਹੜਾ ਧਾਰਮਿਕ ਆਗੂ ਹੁੰਦਾ ਉਹਨੂੰ ਪੀਰ ਕਹਿੰਦੇ ਆ, ਠੀਕ ਹੈ ਜੀ। ਤੇ ਮੀਰ ਕੀ ਹੁੰਦਾ ਹੈ? ਜਿਹੜਾ ਰਾਜਨੀਤਿਕ ਔਰ ਤਲਵਾਰਬਾਜ਼ ਹੋਵੇ, ਜਿਹੜਾ ਰਾਜਨੀਤਿਕ ਗੁਰੂ ਹੋਵੇ ਉਹਨੂੰ ਕੀ ਕਹਿੰਦੇ ਆ? ਮੀਰ ਕਹਿੰਦੇ ਆ। ਇਸ ਤਰ੍ਹਾਂ ਗੁਰੂ ਜੀ ਨੇ ਮੀਰੀ ਔਰ ਪੀਰੀ ਦਾ ਜਿਹੜਾ ਸਿਧਾਂਤ ਸੀ ਅਪਣਾਇਆ। ਉਹਨਾਂ ਨੇ ਜਿੱਥੇ ਆਪਣੇ ਸਿੱਖਾਂ ਨੂੰ ਧਾਰਮਿਕ ਤੌਰ 'ਤੇ ਸਿੱਖਿਆ ਦਿੱਤੀ ਹੈ, ਤੇ ਜਿੱਥੇ ਉਹ ਸਿੱਖਾਂ ਦੇ ਧਾਰਮਿਕ ਆਗੂ ਬਣੇ ਨੇ, ਉੱਥੇ ਉਹ ਰਾਜਨੀਤਿਕ ਔਰ ਲੜਾਈ ਹਥਿਆਰਬੰਦ ਤੌਰ 'ਤੇ ਵੀ ਉਹਨਾਂ ਨੇ ਸਿੱਖ ਧਰਮ ਦੀ ਅਗਵਾਈ ਕੀਤੀ ਆ। ਉਹਨਾਂ ਨੇ ਸ਼ਾਸਤਰ ਪਹਿਨਣੇ ਸ਼ੁਰੂ ਕਰ ਦਿੱਤੇ ਆ, ਠੀਕ ਹੈ ਜੀ। ਫੌਜ ਰੱਖਣੀ ਸ਼ੁਰੂ ਕਰ ਦਿੱਤੀ ਆ। ਨੰਬਰ 2, ਸਿੱਖਾਂ ਅਤੇ ਮੁਗਲਾਂ ਵਿੱਚ ਟਕਰਾਅ। ਮੈਂ ਤੁਹਾਨੂੰ ਦੱਸਿਆ ਸੀ ਕਿ ਅਕਬਰ ਤੱਕ ਤਾਂ ਜਿਹੜੇ ਸੰਬੰਧ ਸੀਗੇ ਉਹ ਬਿਲਕੁਲ ਠੀਕ ਰਹੇ, ਲੇਕਿਨ ਜਦੋਂ ਜਹਾਂਗੀਰ ਆਇਆ ਜਾਂ ਉਸ ਤੋਂ ਬਾਅਦ ਜਿਹੜੇ ਨੇ ਮੁਗਲ ਸਮਰਾਟ ਆਉਂਦੇ ਨੇ ਤਾਂ ਉਹਨਾਂ ਦੇ ਵਿਚਕਾਰ ਫਿਰ ਜਿਹੜਾ ਟਕਰਾਅ ਸੀ, ਤਣਾਅ ਸੀ, ਉਹ ਬਹੁਤ ਵੱਧ ਗਿਆ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਔਰੰਗਜ਼ੇਬ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਸ਼ਹੀਦ ਕਰ ਦਿੱਤਾ 1675 ਵਿੱਚ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਮੁਗਲਾਂ ਨਾਲ ਲੜੀਆਂ, ਅਤੇ ਉਹਨਾਂ ਦੇ ਜਿਹੜੇ ਆ ਛੋਟੇ ਸਾਹਿਬਜ਼ਾਦੇ ਵੀ ਸ਼ਹੀਦ ਹੋਏ, ਸਾਰਾ ਪਰਿਵਾਰ ਉਹਨਾਂ ਨੇ ਵਾਰਿਆ। ਤਾਂ ਇਸ ਤਰ੍ਹਾਂ ਜਿਹੜਾ ਟਕਰਾਅ ਸੀਗਾ ਉਹ ਵੱਧਦਾ ਹੀ ਚਲਾ ਗਿਆ। ਮੁਗਲ ਸ਼ਾਸਕਾਂ ਦਾ ਸਿੱਖਾਂ ਉੱਤੇ ਅਤਿਆਚਾਰ। ਮੁਗਲ ਸ਼ਾਸਕਾਂ ਨੇ ਉਸ ਤੋਂ ਬਾਅਦ ਸਿੱਖਾਂ ਦੇ ਬਹੁਤ ਅਤਿਆਚਾਰ ਕੀਤੇ ਨੇ, ਚਾਹੇ ਉਹ ਬੰਦਾ ਸਿੰਘ ਬਹਾਦਰ ਦੀ ਗੱਲ ਹੈ, ਚਾਹੇ ਗੁਰੂ ਤੇਗ ਬਹਾਦਰ ਦੀ ਗੱਲ ਹੈ, ਚਾਹੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਹੈ। ਉਹਨਾਂ ਨੇ ਸਿੱਖਾਂ 'ਤੇ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ। ਸਿੱਖਾਂ ਵਿੱਚ ਏਕਤਾ ਦੀ ਭਾਵਨਾ ਦਾ ਵਿਕਾਸ ਹੋਇਆ। ਇੱਕ ਇਹਦੇ ਨਾਲ ਪੋਜ਼ੀਟਿਵ ਪੁਆਇੰਟ ਸਿੱਖਾਂ ਲਈ ਇਹ ਹੈ ਕਿ ਜਦੋਂ ਮੁਗਲਾਂ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਸਿੱਖਾਂ ਦੇ ਵਿੱਚ ਵੀ ਜਿਹੜਾ ਏਕਤਾ ਦੀ ਭਾਵਨਾ ਪੈਦਾ ਹੋਈ। ਉਹਨਾਂ ਨੂੰ ਪਤਾ ਲੱਗ ਗਿਆ ਜੇਕਰ ਅਸੀਂ ਇਕਜੁੱਟ ਹੋ ਕੇ ਰਵਾਂਗੇ ਤਾਂ ਅਸੀਂ ਮੁਗਲਾਂ ਨਾਲ ਟੱਕਰਾ ਕਰ ਸਕਦੇ ਹਾਂ, ਨਹੀਂ ਤਾਂ ਇਕੱਲਿਆਂ ਨੂੰ ਉਹਨਾਂ ਨੇ ਸਾਨੂੰ ਮਾਰ ਦੇਣਾ। ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਵੀ ਏਕਤਾ ਦੀ ਭਾਵਨਾ ਪੈਦਾ ਹੋਈ ਹੈ। ਸੋ ਪਿਆਰੇ ਵਿਦਿਆਰਥੀਓ, ਇਹ ਸੀਗਾ ਸਾਡਾ ਅੱਜ ਦਾ ਚੈਪਟਰ। ਮੈਨੂੰ ਉਮੀਦ ਆ ਕਿ ਤੁਹਾਨੂੰ ਜਿਹੜਾ ਇਸ ਚੈਪਟਰ ਬਾਰੇ ਕਾਫੀ ਕੁਝ ਸਮਝ ਲੱਗੀ ਹੋਵੇਗੀ, ਕਾਫੀ ਕੁਝ ਤੁਹਾਨੂੰ ਨਵਾਂ ਪਤਾ ਲੱਗਾ ਹੋਵੇਗਾ, ਅਤੇ ਤੁਸੀਂ ਇਸ ਲੈਸਨ ਨੂੰ ਪੜ੍ਹਨਾ ਵੀ ਆ ਅਤੇ ਇਹਦੇ ਜਿਹੜੇ ਪ੍ਰਸ਼ਨ ਉੱਤਰ ਆ ਉਹ ਵੀ ਕਰਨੇ ਨੇ। ਠੀਕ ਹੈ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।